ਜੋ ਬਨ ਜਾਂਦੇ ਨਾ ਡਰਾਂ। ਜੋ ਬਨ ਜਾਂਦੇ ਨਾ ਡਰਾਂ। ਜੋ ਬਨ ਜਾਂਦੇ ਨਾ ਡਰਾਂ। ਜੇ ਸ਼ਹਿ ਪ੍ਰੀਤ न जाए। जे शह प्रीत न जाए। जे शह प्रीत न जाए। जो बन जांदे ना डरां। जो बन जांदे ना जो बन जांदे ना डरां। जे शह प्रीत न जाए। जे शह प्रीत न जाए। जो बन जांदे ना डरां। जो बन जांदे ना डरां। फरीदा कित्ती जो बन प्रीत बिन। फरीदा कित्ती जो बन प्रीत बिन। जो प्रीत सुक गए कुमलाए। सुक गए कुमलाए। सुक सुक गए कुमलाए। सुक गए कुमलाए। जो बन जांदे ना डरां। जो बन जांदे ना डरां। जे शह प्रीत न जाए।
जे शह प्रीत न जाए, जुबन जांदे ना डरा, जुबन फरीदा कित्ती जोबन प्रीत बिन, फरीदा फरीदा कित्ती जोबन प्रीत बिन, सुख गए कुमलाए, कित्ती जोबन प्रीत बिन, फरीदा कित्ती जोबन प्रीत बिन, कित्ती जोब प्रीत, सुख गए कुमलाए, सुख गए कुमलाए, सुख गए कुमलाए, सुख गए कुमलाए, जुबन जांदे ना डरा, जुबन जांदे ना डरा, जे शह प्रीत न जाए, जे शह प्रीत न जाए, जुबन जांदे ना डरा, जुबन जांदे, जुबन जांदे, जुबन जांदे ना डरा। ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਬਣਤਰ ਵਿੱਚ ਜਿੱਥੇ ਫਰੀਦ ਜੀ ਦੇ ਕਰੀਬਨ 130 ਸ਼ਲੋਕਾਂ ਦੀ ਲੜੀ ਹੈ, ਆਖਿਰ ਵਿੱਚ ਸ਼ਲੋਕ ਸ਼ੇਖ ਫਰੀਦ ਜੀ ਕੇ, ਉੱਥੇ 34 ਨੰਬਰ ਸ਼ਲੋਕ ਦਰਜ ਹੈ। ਇਸ ਸ਼ਲੋਕ ਤੋਂ ਪਿਛਲਾ ਜਿਹੜਾ ਸ਼ਲੋਕ ਹੈ ਉਹ 33 ਨੰਬਰ ਤੱਕ ਅਸੀਂ ਲੜੀਵਾਰ ਵਿਚਾਰ ਚੁੱਕੇ ਹਾਂ। ਪਿਛਲਾ ਸ਼ਲੋਕ ਸੀ ਨਾਤੀ ਧੋਤੀ ਸੰਭੀ ਸੁੱਤੀ ਆਏ ਨਚਿੰਤ। ਨਹਾ ਧੋ ਕੇ ਤਿਆਰ ਹੋਈ ਇੱਕ ਇਸਤਰੀ ਔਰ ਉਹ ਵਕਤ ਸਿਰ ਮਿਲਣ ਦਾ ਜਿਹੜਾ ਵੇਲਾ ਆਇਆ ਉਹਦੇ 'ਚ ਸੌਂ ਗਈ। ਅਵੇਸਲਾਪਨ। ਨੁਕਸਾਨ ਕੀ ਹੋਇਆ? ਰਹੀ ਸੋ ਬੇੜੀ ਹਿੰਗ ਦੀ ਸਮੈਲ ਹੁੰਦੀ ਹੈ। ਆਖਿਰਕਾਰ ਉਹਦੇ ਕੋਲ ਰੱਬੀ ਗੁਣਾਂ ਦੀ ਖੁਸ਼ਬੂ ਦੇ ਬਦਲੇ ਅਵਗੁਣਾਂ ਦੀ ਬਦਬੂ ਰਹਿ ਗਈ, ਹਿੰਗ ਵਾਲੀ। ਰਹੀ ਸੋ ਬੇੜੀ ਹਿੰਗ ਦੀ, ਗਈ ਕਥੂਰੀ ਗੰਧ। ਕਥੂਰੀ ਕਸਤੂਰੀ ਹਿਰਨ ਦੇ ਨਾਲ ਪ੍ਰਤੀਕ ਹੈ ਕਿ ਹਿਰਨ ਦੇ ਅੰਦਰ ਕਸਤੂਰੀ ਹੁੰਦੀ ਹੈ, ਉਹਦੀ ਖੁਸ਼ਬੂ ਉਸ ਨੂੰ ਆਉਂਦੀ ਹੈ ਔਰ ਉਸ ਖੁਸ਼ਬੂ ਨੂੰ ਲੱਭਣ ਵਾਸਤੇ ਉਹ ਥਾਂ ਥਾਂ 'ਤੇ ਜਾਂਦਾ। ਸੋ ਹਿਰਨ ਦੀ ਉਸ ਕਸਤੂਰੀ ਨੂੰ ਕਥੂਰੀ ਕਿਹਾ। ਗਈ ਕਥੂਰੀ ਗੰਧ, ਜਿਹੜੀ ਅੰਦਰ ਖੁਸ਼ਬੂ ਸੀ ਰੱਬੀ ਗੁਣਾਂ ਦੀ, ਜੋ ਕੁਦਰਤ ਵੱਲੋਂ ਹੀ ਦਾਤ ਪ੍ਰਾਪਤ ਸੀ, ਉਹ ਖੁਸ਼ਬੂ ਪ੍ਰਾਪਤ ਨਾ ਹੋ ਸਕੀ, ਉਹ ਚਲੀ ਗਈ। ਇੱਕ ਪ੍ਰਤੀਕ ਹੈ।
ਪ੍ਰਤੀਕ ਕੀ ਹੈ? ਅਸੀਂ ਦੁਨੀਆ ਭਰ ਦੇ ਸਾਰੇ ਕੰਮ ਕਰਦੇ ਹਾਂ। ਫਰਜ਼ ਕਰੋ ਅਸੀਂ ਸੰਗਰਾਂਦ ਮਨਾਉਂਦੇ ਹਾਂ, ਮੱਸਿਆ ਪੂਰਨਮਾਸ਼ੀ ਮਨਾਉਂਦੇ ਹਾਂ, ਇਸ ਤਰ੍ਹਾਂ ਹੀ ਮਾਘੀ ਮਨਾਉਂਦੇ ਹਾਂ, ਇਸ ਤਰ੍ਹਾਂ ਹੀ ਹੋਰ ਕਈ ਦਿਨ ਤਿਉਹਾਰ ਮਨਾਉਂਦੇ ਹਾਂ। ਫਿਰ ਅਸੀਂ ਗੁਰੂਆਂ ਦੇ ਗੁਰਪੁਰਬ ਮਨਾਉਂਦੇ ਹਾਂ। ਅਸੀਂ ਇਹ ਸਾਰੇ ਆਪਣੇ ਵੱਲੋਂ ਸੋਚ ਰਹੇ ਹੁੰਦੇ ਅਸੀਂ ਧਰਮ ਦਾ ਕੰਮ ਕਰ ਰਹੇ ਹਾਂ। ਗੁਰੂ ਪਾਤਸ਼ਾਹ ਕਹਿੰਦੇ ਨੇ, ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰੂ ਡਿੱਠਾ ਰਾਮ ਰਾਜੇ। ਹੁਣ ਮੈਂ ਇਹ ਆਪ ਜੀ ਨੂੰ ਨਹੀਂ ਕਹਿ ਸਕਦਾ ਕਿਉਂਕਿ ਮੇਰੇ ਕੋਲ ਅਥਾਰਟੀ ਨਹੀਂ ਹੈ। ਮੈਂ ਨਹੀਂ ਕਹਿ ਸਕਦਾ ਕਿ ਤੁਸੀਂ ਇਹ ਦਿਨ ਤਿਉਹਾਰ ਨਾ ਮਨਾਇਆ ਕਰੋ, ਮੁਬਾਰਕ। ਲੇਕਿਨ ਉਪਰਾਲਾ ਹੈ। ਉਪਰਾਲਾ ਕੀ ਹੈ ਕਿ ਮੈਂ ਬਾਣੀ ਨਾਲ ਜੁੜਾਂ। ਪਰ ਅਸੀਂ ਉਪਰਾਲਿਆਂ ਨਾਲ ਜੁੜ ਜਾਂਦੇ ਹਾਂ। ਕਿਸੇ ਨੇ ਕਿਸੇ ਨੂੰ ਕਿਹਾ ਕਿ ਮੈਂ ਗੁਰਦੁਆਰੇ ਨਹੀਂ ਆ ਸਕਦਾ, ਮੇਰੀ ਦਿਨਚਰਿਆ ਵਿੱਚ, ਮੇਰੇ ਰੋਜ਼ਮर्रा ਦੇ ਜੀਵਨ ਵਿੱਚ ਮੈਂ ਨਹੀਂ ਉਸ ਨੂੰ ਟਾਈਮ ਕੱਢ ਸਕਦਾ ਗੁਰਦੁਆਰੇ ਜਾਣ ਵਾਸਤੇ ਜਾਂ ਪਾਠ ਕਰਨ ਵਾਸਤੇ। ਕਿਸੇ ਨੇ ਉਹਨੂੰ ਕਹਿ ਦਿੱਤਾ ਤੁਸੀਂ ਕੋਸ਼ਿਸ਼ ਕਰੋ ਹਫਤਾ 10 ਦਿਨ ਜਾਣ ਦੀ ਬਜਾਏ 40 ਦਿਨ ਜਾਓ। ਇੱਕ ਚਲੀਹਾ ਕੱਟਣਾ ਸ਼ੁਰੂ ਕਰ ਦਿੱਤਾ। ਸੋ ਲੋਕੀ ਅਲਟੀਮੇਟਲੀ 40 ਦਿਨਾਂ ਬਾਅਦ ਨਹੀਂ ਜਾਂਦੇ ਨੇ। ਮੇਰੇ ਆਪਣਾ ਜ਼ਿੰਦਗੀ ਦਾ ਐਕਸਪੀਰੀਅੰਸ ਹੈ ਔਰ ਕਈ ਲੋਕਾਂ ਨੂੰ ਮੈਂ ਇਸ ਤਰ੍ਹਾਂ ਕਰਦਿਆਂ ਦੇਖਿਆ। ਮੈਂ ਬਚਪਨ ਵਿੱਚ ਬੰਗਲਾ ਸਾਹਿਬ ਦਾ ਚਲੀਹਾ ਰੱਖਿਆ ਸੀ। ਕਈ ਵਾਰੀ ਬੱਸ ਨਹੀਂ ਸੀ ਮਿਲਦੀ, ਕਈ ਵਾਰੀ ਕੋਈ ਹੋਰ ਕੰਸਟ੍ਰੇਂਟ ਹੁੰਦੇ ਸਨ, ਤਾਂ ਅਸੀਂ ਇੱਕ ਦਿਨ ਵਿੱਚ 2-2 ਦਿਨਾਂ ਦੀ ਤਰੀਕਾਂ ਕੱਢ ਲੈਂਦੇ ਸੀ। ਆਪਣੇ ਵੱਲੋਂ ਅਸੀਂ ਘਰੋਂ 10-10:30 ਵਜੇ ਰਾਤੀ ਜਾਂਦੇ ਸੀ ਔਰ ਫਿਰ ਉੱਥੇ ਮੱਥਾ ਟੇਕ ਕੇ ਬੈਠ ਕੇ ਬਾਹਰ ਇੱਧਰ ਉੱਧਰ ਘੁੰਮ ਕੇ, ਐਬਸੈਂਟ ਵੀ ਹੋਣਾ ਹੈ ਅੱਜ ਦੀ ਡੇਟ ਕਰਕੇ। ਸੋ ਅਸੀਂ ਕਨੌਟ ਪਲੇਸ ਵਗੈਰਾ ਘੁੰਮ ਕੇ ਆਈਸਕ੍ਰੀਮ ਖਾ ਖੂ ਕੇ ਜਦੋਂ ਰਾਤ ਦੇ 12 ਵੱਜ ਜਾਂਦੇ ਸੀ, ਨਵੀਂ ਤਰੀਕ ਚੜ੍ਹ ਜਾਂਦੀ ਸੀ, ਫਿਰ ਅਸੀਂ ਬੰਗਲਾ ਸਾਹਿਬ ਆ ਕੇ ਮੱਥਾ ਟੇਕ ਕੇ ਆ ਕੇ ਘਰ ਆ ਜਾਂਦਾ ਸੀ। ਸੋਚਦੇ ਸੀ ਅਸੀਂ 2 ਦਿਨ ਦਾ ਮੱਥਾ ਟੇਕ ਲਿਆ। ਪਰ ਅਲਟੀਮੇਟਲੀ ਜਿਸ ਦਿਨ 40 ਦਿਨ ਖਤਮ ਹੋਏ ਉਸ ਦਿਨ ਸੁੱਖ ਦਾ ਸਾਹ ਲਿਆ, ਸ਼ੁਕਰ ਹੈ 40 ਦਿਨ ਟੱਲੇ। ਇੰਝ ਮਨੁੱਖ ਚਿਲੀਏ ਨੂੰ ਪੂਜਣ ਲੱਗ ਪੈਂਦਾ ਹੈ, ਮਕਸਦ ਨਹੀਂ ਸਮਝਦਾ। ਸ਼ਾਇਦ ਕਹਿਣ ਵਾਲੇ ਨੇ ਇਸ ਕਰਕੇ ਕਿਹਾ ਸੀ ਕਿ ਤੇਰੀ ਜ਼ਿੰਦਗੀ ਅੰਦਰ ਜੇ ਲਗਾਤਾਰ ਤੂੰ 40 ਦਿਨ ਜਾਂਦਾ ਰਹੇਗਾ, ਆਸਤਾ ਆਸਤਾ ਤੈਨੂੰ ਆਦਤ ਪੈ ਜਾਏਗੀ। ਇਹ ਜੀ ਸਾਡਾ ਨਿਤਨੇਮ ਹੈ। ਅਸੀਂ ਨਿਤਨੇਮ ਕਰਦੇ ਹਾਂ ਮਸਟ ਟੂ ਡੂ ਇਟ ਦੇ ਹਿਸਾਬ ਦੇ ਨਾਲ। ਲੇਕਿਨ ਨਾਈਸ ਟੂ ਡੂ ਜਿੰਨਾ ਮਰਜ਼ੀ ਬਾਣੀ ਪੜ੍ਹੀਏ, ਪਰ ਨਿਤਨੇਮ ਦਾ ਮਕਸਦ ਇਹ ਸੀ ਕਿ ਤੇਰੀ ਰੋਜ਼ ਦਿਨਚਰਿਆ ਦੇ ਵਿਚਕਾਰ ਤੂੰ 40 ਮਿੰਟ ਜਾਂ ਪੌਣਾ ਘੰਟਾ ਜਾਂ 50 ਮਿੰਟ ਜਾਂ 1 ਘੰਟਾ ਕਰੇਂਗਾ। ਉੱਥੇ ਤੱਕ ਤੂੰ ਨਹੀਂ ਰਹਿਣਾ। ਤੂੰ ਆਪਣੀ ਜ਼ਿੰਦਗੀ ਵਿੱਚ ਰੋਜ਼ ਇਸ ਟਾਈਮ ਨੂੰ ਐਕਸਪੈਂਡ ਕਰਨਾ ਹੈ, ਇਹਨੂੰ ਵਧਾਉਣਾ ਹੈ। ਤੂੰ ਮਸਟ ਟੂ ਡੂ ਦੇ ਬਦਲੇ ਨਾਈਸ ਟੂ ਡੂ ਵੱਲ ਆਉਣਾ ਹੈ। ਵੱਧ ਤੋਂ ਵੱਧ ਬਾਣੀਆਂ ਪੜ੍ਹਨੀਆਂ, ਵੱਧ ਤੋਂ ਵੱਧ ਆਪਣਾ ਸਮਾਂ ਲਗਾਉਣਾ ਹੈ। ਮੈਂ ਆਪਣੇ ਜੀਵਨ ਵਿੱਚ ਐਸੇ ਸ਼ਖਸ ਵੀ ਦੇਖੇ ਹੋਏ ਨੇ ਜਿਹੜੇ ਜ਼ਬਾਨੀ ਰਹਿਰਾਸ ਸਾਹਿਬ ਕਰ ਰਹੇ ਹੁੰਦੇ ਨੇ। ਉਹਨਾਂ ਨੂੰ ਗੁਟਕਾ ਚੁੱਕਣਾ ਨਹੀਂ ਪੈਂਦਾ, ਜ਼ਬਾਨੀ ਉਹ ਕਰਦੇ ਰਹਿੰਦੇ ਨੇ ਔਰ ਸਾਹਮਣੇ ਸੀਰੀਅਲ ਚਲਾ ਲੈਂਦੇ ਨੇ, ਉਹਦਾ ਵੋਲਿਊਮ ਆਫ ਕਰ ਲੈਂਦੇ ਨੇ। ਆਪ ਪਾਠ ਕਰਦੇ ਰਹਿੰਦੇ ਨੇ, ਸੀਨ ਦੇਖ ਦੇਖ ਕੇ ਸੀਰੀਅਲ ਦਾ ਅੰਦਾਜ਼ਾ ਲਾਉਂਦੇ ਰਹਿੰਦੇ ਨੇ ਸਟੋਰੀ ਕਿਆ ਚੱਲ ਰਹੀ ਹੈ। ਪਾਠ ਤੇ ਕਰਨਾ ਹੈ, ਕੀ ਕਰੀਏ, ਲੇਕਿਨ ਮਨ ਪਾਠ ਵੱਲ ਨਹੀਂ ਹੈ, ਮਨ ਸੀਰੀਅਲ ਵੱਲ ਹੈ। ਮੈਂ ਇਹ ਸਾਂਝ ਕਰਨਾ ਚਾਹ ਰਿਹਾ ਹਾਂ ਕਿ ਅਲਟੀਮੇਟਲੀ ਜਿਹੜੇ ਅਸੀਂ ਕਰਮ ਕਾਂਡ ਕਰ ਰਹੇ ਹੁੰਦੇ ਹਾਂ, ਉਹ ਕਰਮ ਕਾਂਡ ਦਾ ਮਕਸਦ ਸੀ ਕਿ ਇਹਨੂੰ ਕਰਦਿਆਂ ਕਰਦਿਆਂ ਤੂੰ ਫਲ ਦੇ ਨਾਲ ਜੁੜ ਜਾ। ਬਜਾਏ ਫਲ ਦੇ ਨਾਲ ਜੁੜਨ ਦੇ ਅਸੀਂ ਕਰਮ ਕਾਂਡ ਨਾਲ ਜੁੜ ਗਏ। ਉਹਨੂੰ ਕਹਿੰਦੇ ਨੇ ਪੱਤਿਆਂ ਨੂੰ, ਟਾਹਣੀਆਂ ਨੂੰ ਪਾਣੀ ਦੇਣਾ ਪਰ ਜੜ ਨੂੰ ਪਾਣੀ ਨਾ ਦੇਣਾ। ਜੇ ਅਸੀਂ ਜੜ ਨੂੰ ਪਾਣੀ ਨਹੀਂ ਦਿਆਂਗੇ, ਜੜ ਹੈ ਮੇਰਾ ਮਨ, ਮੇਰੇ ਮਨ ਨੂੰ ਸਤਿਗੁਰ ਦੀ ਮੱਤ ਦਾ ਅੰਮ੍ਰਿਤ ਰੂਪੀ ਅੰਮ੍ਰਿਤ ਸਿੰਚੋ ਭਰੋ ਕਿਆਰੇ ਤੋ ਮਾਲੀਕੇ ਹੋਵੋ। ਅਸੀਂ ਜੀਵਨ ਜੀਣਾ ਸੀ, ਉਹ ਰਹਿ ਗਿਆ ਸਾਡਾ। ਸੋ ਨਾਤੀ ਧੋਤੀ ਸੰਭੀ, ਅਸੀਂ ਸਾਰਾ ਸਭ ਕੁਝ ਤਿਆਰੀ ਤੇ ਕੀਤੀ। ਹੁਣ ਤਿਆਰੀ ਵਿਚਕਾਰ ਅਸੀਂ ਅੱਗੇ ਵਧੀਏ ਤਾਂ ਅਸੀਂ ਗੁਰਦੁਆਰੇ ਵੀ ਆਏ, ਤਿਆਰੀ ਵਿਚਕਾਰ ਅਸੀਂ ਪਾਠ ਵੀ ਕੀਤਾ, ਤਿਆਰੀ ਵਿਚਕਾਰ ਅਸੀਂ ਕੀਰਤਨ ਵੀ ਸੁਣਿਆ।
लेकिन जे साडे सुभाਅ 'ਚ चेंज नहीं आई ਤਾਂ ਜਿਹੜੀ ਮਿਲਣ ਦੀ ਵੇਲਾ ਹੈ ਨਾ ਉਸ ਵੇਲੇ ਮਨ ਸੁੱਤਾ ਹੀ ਰਿਹਾ। ਤਾਂ ਹੋਇਆ ਕੀ ਕਿ ਜਿਹੜੇ ਮੇਰੇ ਅਵਗੁਣ ਸਨ ਉਹਨਾਂ ਅਵਗੁਣਾਂ ਤੋਂ ਛੁੱਟਣਾ ਸੀ, ਮੇਰਾ ਅਵਗੁਣੀ ਸੁਭਾਅ ਨਹੀਂ ਛੁੱਟਿਆ। ਔਰ ਜੇ ਅਵਗੁਣੀ ਸੁਭਾਅ ਨਹੀਂ ਛੁੱਟਿਆ ਤਾਂ ਉਹਨੂੰ ਕਹਿੰਦੇ ਨੇ ਨਾਤੀ ਧੋਤੀ ਸੰਭੀ ਸੁੱਤੀ ਆਏ ਨਿਚਿੰਤ। ਇੱਕ ਕੁੜੀ ਨੂੰ ਤਿਆਰ ਕਰੋ, ਉਹਨੂੰ ਕੋ ਤੇਰਾ ਵਿਆਹ ਹੋਣ ਵਾਲਾ ਹੈ। ਔਰ ਵਿਆਹ ਦਾ ਜਿਹੜਾ ਪੁਰਾਣਾ ਸਿਸਟਮ ਹੁੰਦਾ ਸੀ, ਲੋਕੀ ਕਰਮ ਕਾਂਡ ਦੇ ਔਰ ਭਰਮ ਦੇ ਚੱਕਰ ਵਿੱਚ ਮਹੂਰਤ ਦਾ ਸਮਾਂ ਕੱਢਦੇ ਸੀ। ਉਹ ਮਹੂਰਤ ਵੇਲੇ ਤਿਆਰ ਤਿਉਰ ਹੋ ਕੇ ਸੋ ਹੀ ਗਈ, ਮਿਲਾਪ ਦਾ ਵੇਲਾ ਚਲਾ ਗਿਆ। ਇੰਜ ਅਸੀਂ ਜਦੋਂ ਸਾਨੂੰ ਬਾਣੀ ਪੜ੍ਹ ਪੜ੍ਹ ਕੇ ਮੇਰੇ ਮਨ ਦੀ ਆਤਮਕ ਅਵਸਥਾ ਨੂੰ ਜਗਾਉਣਾ ਹੈ, ਉਹਦਾ ਮਕਸਦ ਗੁਰਮਤਿ 'ਚ ਕੀ ਨਿਕਲਿਆ? ਜਗਾਣਾ ਮੀਨਸ ਰੱਬ ਜੀ ਨੂੰ ਮਿਲਣਾ। ਰੱਬ ਜੀ ਨੂੰ ਮਿਲਣਾ ਮੀਨਸ ਅਵਗੁਣਾਂ ਤੋਂ ਛੁੱਟਣਾ। ਅਵਗੁਣਾਂ ਤੋਂ ਛੁੱਟਣਾ ਮੀਨਸ ਰੱਬੀ ਗੁਣਾਂ ਨੂੰ ਪ੍ਰਾਪਤ ਕਰਨਾ। ਜੇ ਅਸੀਂ ਰੱਬੀ ਗੁਣ ਪ੍ਰਾਪਤ ਹੀ ਨਹੀਂ ਕੀਤੇ ਤਾਂ ਉਹਨੂੰ ਗੁਰੂ ਸਾਹਿਬ ਕਹਿੰਦੇ ਨੇ ਸ਼ਾਮ ਸੁੰਦਰ ਤਜ नींद क्यों आई, नींद क्यों आई, श्याम सुंदर तज नींद क्यों आई, नींद क्यों आई, महामोहनी दूता लाई, महामोहनी दूता लाई, दर्शन को लोचे सबको, दर्शन को लोचे सब, पूरे पाग प्राप्त होई, पूरे पाग पूरे पाग प्राप्त होई, श्याम सुंदर तज नींद क्यों आई, नींद क्यों आई। हुण श्याम सुंदर दा मतलब है रब जी। रब जी मतलब साध संगत जी एक गुरमत ਦਾ ਬਹੁਤ ਕੀਮਤੀ ਅਤੇ ਬੜਾ ਸਿੰਪਲ, ਪਰ ਮੈਂ ਇਹ ਵੀ ਲਫ਼ਜ਼ ਵਰਤ ਸਕਦਾ ਬਰੀਕ ਨੁਕਤਾ ਹੈ ਕਿ ਗੁਰਮਤ ਬਾਹਰ ਵਾਲੇ ਆਸਮਾਨ 'ਤੇ ਬੈਠੇ ਕਿਸੇ ਰੱਬ ਨੂੰ ਮੁਖਾਤਿਬ ਕਰਦਿਆਂ ਹੋਇਆਂ ਦਰਅਸਲ ਅੰਦਰ ਦੇ ਰੱਬ ਦੀ ਗੱਲ ਕਰਦੀ ਹੈ। ਗੁਰਮਤ ਕਹਿੰਦੀ ਹੈ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਸੋ ਅਸੀਂ ਬਾਹਰ ਵਾਲੇ ਜਿਹੜੇ ਰੱਬ ਨਾਲ ਜੁੜਨਾ ਹੈ ਨਾ, ਉਹ ਪਤਾ ਕਿਹੜਾ ਜੁੜਨਾ ਹੈ? ਅੰਦਰ ਵਾਲੇ ਰੱਬ ਨੂੰ ਮਹਿਸੂਸ ਕਰਕੇ ਦੂਜੇ ਲੋਕਾਂ ਦੇ ਹਿਰਦੇ ਵਿੱਚ ਉਹ ਵਾਲੇ ਰੱਬ ਨੂੰ ਦੇਖਣਾ। ਅੰਦਰ ਵਾਲੇ ਰੱਬ ਜੀ ਨੂੰ ਮਹਿਸੂਸ ਕਰਕੇ ਕਿ ਮੇਰੇ ਅੰਦਰ ਕੁਦਰਤ ਦਾ ਕਿਹੜਾ ਨਿਯਮ ਸਿਸਟਮ ਚੱਲਦਾ ਹੈ, ਉਸ ਨਿਯਮ ਸਿਸਟਮ ਨੂੰ ਬਾਹਰ ਸਾਰਿਆਂ ਵਿੱਚ ਮਹਿਸੂਸ ਕਰਨਾ, ਤਾਂ ਪਤਾ ਲੱਗਦਾ ਹੈ ਇਹਨੂੰ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ। ਦ ਲਾਜ਼ ਆਫ ਨੇਚਰ ਇਜ਼ ਦ ਵਿਲ ਆਫ ਗੋਡ। ਗੁਰਮਤ ਇਸ ਕਿਸਮ ਦੇ ਰੱਬ ਨੂੰ ਮੰਨਦੀ ਹੈ। ਐਸਾ ਰੱਬ ਨਹੀਂ ਮੰਨਦੀ ਹੈ ਜਿਹੜਾ ਕੋਈ बाजीगर है, कोई जादूगर है, तमाशबीन है, ऊपर बैठा हुआ है, हिंदू को मुसलमान से लड़ा देता है, मुसलमान को सिखों से लड़ा देता है। अगर किसी की लड़की को कोई शराब पीकर मारने लगता है तो लोग बोलते हैं जिस तरह रब दा पाना है। ऐसे वाला रब जी गुरमत नहीं मनती है। जैसे रब ने करा दिता सब कुछ रब करा रहा है, इस वाला नहीं मनती है। गुरमत केड़ा रब मनती है? सो सिंपल, मेरे अंदर रब जी वसते ने,
ਉਹਨਾਂ ਨੂੰ ਪਾਲਣਾ ਹੈ, ਉਹਨਾਂ ਨੂੰ ਮਿਲਣਾ ਹੈ। ਸਾਰੀ ਮੈਨੂੰ ਦਿਨ ਰਾਤ ਉਹਦੇ ਵਾਸਤੇ ਤਿਆਰੀ ਕਰਨੀ ਹੈ। ਤਿਆਰੀ ਕੀ ਹੈ? ਜੋ ਰੱਬ ਜੀ ਦੇ ਗੁਣ ਹਨ, ਇਸ ਸਾਰੀ ਸ੍ਰਿਸ਼ਟੀ 'ਚ ਵਾਪਰਦੇ ਨੇ, ਉਹ ਸਾਰੇ ਗੁਣ ਮੇਰੇ ਅੰਦਰ ਵਸਦੇ ਰੱਬ ਜੀ ਕੋਲੋਂ ਮੈਨੂੰ ਸੁਣਨੇ ਨੇ। ਉਹਨੂੰ ਅੰਦਰ ਦੀ ਆਵਾਜ਼ ਕਹਿੰਦੇ ਨੇ, ਉਹਨੂੰ ਖੁਦਾਈ ਪੈਗਾਮ ਕਹਿੰਦੇ ਨੇ, ਉਹਨੂੰ ਜ਼ਮੀਰ ਦੀ, ਰੂਹ ਦੀ, ਵਿਲ ਦੀ ਆਵਾਜ਼ ਕਹਿੰਦੇ ਨੇ, ਉਸੇ ਨੂੰ ਹੀ ਧੁਰ ਕੀ ਬਾਣੀ ਕਹਿੰਦੇ ਨੇ। ਜਦੋਂ ਅੰਦਰ ਦੀ ਆਵਾਜ਼ ਸੁਣਦੇ ਹਾਂ ਤਾਂ ਪਤਾ ਲੱਗਦਾ ਰੱਬ ਜੀ ਦੇ ਗੁਣ ਕਿਹੜੇ ਕਿਹੜੇ ਨੇ। ਰੱਬੀ ਗੁਣਾਂ ਨੂੰ ਪ੍ਰਾਪਤ ਕਰਨਾ ਰੱਬ ਜੀ ਨੂੰ ਮਿਲਣਾ ਕਹਿਲਾਂਦਾ ਹੈ। ਵਰਨਾ ਅਸੀਂ ਸੁੱਤੇ ਹੋਏ ਹਾਂ, ਵਰਨਾ ਅਸੀਂ ਅਵੇਸਲੇ ਹਾਂ। ਅਸੀਂ ਦਿਨ ਤਿਉਹਾਰ ਸਭ ਕੁਝ ਮਨਾ ਲਿਆ ਤਾਂ ਗੁਰੂ ਸਾਹਿਬ ਕਹਿੰਦੇ ਨੇ, ਇਸ ਮਨ ਕੋ ਬਸੰਤ ਕੀ ਲਗੇ ਨ ਸੋ, इस मन को बसंत की लगे न। ये मन जले दूजे दोए, ये मन जले इस मन को बसंत की लगे न सो। सो जिस तरह बसंत तुसी दरबार साहब नूं भी, दरबार साहब तो जिहड़ा कीर्तन टीवी ते आंदा ਉਹਦੇ सुनते हो, सवेरे 7 वजदे ने वाक लैण तो बाद रागी सिंह जी सब तो पहला शब्द बसंत राग विच गायन करते हैं। फिर शामी भी हर वेले 24 घंटे जदों भी वो कोई शब्द पढ़ते हैं, कम अज़ कम एक शब्द बसंत राग विच गाते हैं। यह पूरा बसंत के महीने विच। लेकिन गुरु साहब दरअसल ये नहीं कह रहे हैं कि तू सिर्फ एक महीना बसंत गानी है। गुरु साहब कहते हैं 3 बसंत जो हर गुण गाए, नानक तिना सदा बसंत है। सदा बसंत वाला की होंदा है? कबीर ऐसा बीज बोई है जो 12 मास फलंत। तू 12 महीने अपनी ज़िंदगी के 7 दिन 24 घंटे वाला जीवन जीण वाला ढंग सिख, वरना नाती धोती संभही सुती आए नचिंद। रही सो बेड़ी हिंग दी, सादे अंदर अवगुणा दी बदबू ही रहेगी, खुशबू नहीं आएगी। जे असी सब कुछ करिए और अपना सुभाव चेंज ना करिए, सुभाव असी अपने जिहड़े नैगेटिव्स, अपने जिहड़े मंदे ख्याल, अपनी जिहड़ी कूड़ की पाल, अपनी अवगुणी सुभाव की आदत जे असी वो नहीं छड्डदे आ ना, अज इस लड़ी विच फरीद जी समझा रहे ने, जोबन जांदे ना डरा। मैं अपने अवगुणी सुभाव की जिहड़ी आकड़, हंकार, माइट, एसैट, कैपिटल, ताकत रखी हुई है ना, वो जान तो मैं नहीं डरता। फरीद जी साड़ी उंगल पकड़ के साड़ी मानसिक अवस्था नूं बड़ा उच्चा करन दी कोशिश कर रहे हैं। कई लोगों के मन अंदर कमज़ोरी आ जाती है ना, वो अपना एक भी चिट्टा वाल देख के समझते हैं, हाय मैं तो बुढ़ा हो गया, मैं तो बुढ़ी हो गई। हाँ, उन्होंने मैनू माता जी कह दिता, उन्हें मैनू आंटी जी कह दिता, इन्नी तो मैं वड्डी नहीं लगती। ख्याल कि मैं जवान दिसां, जवान दिसण वास्ते मैनू कुछ कॉस्मैटिक्स यूज़ करने पैणगे। मन अंदर भुलेखा, इनू कहते ने आइडेंटिटी क्राइसिस, इनू कहते ने अंदर सैल्फ एस्टीम ना होना। सैल्फ एस्टीम एक माइट है, सैल्फ एस्टीम एक पॉजिटिव सेंस जो बनना है, वो असी एकदम त्याग देंगे हाँ। और जिहड़े लोग सैल्फ एस्टीम त्याग देंगे ने, अज दा श्लोक उन्हां ते बहुत ज़्यादा टुकना शुरू होंदा जांदा है। सानू एक ना अपनी जवानी दा माण होंदा है, सो उन्होंने जोबन कहते हैं। जवानी दा माण भावें कोई छोटा है, भावें कोई मिडल एज है, तो भावें कोई बुढ़ा है।
जो इंसान सच सुनना नहीं चाहता है उसको जवानी ਦਾ ਮਾਣ ਕਹਿੰਦੇ ਨੇ, ਉਹਨੂੰ ਜੋਬਨ ਦਾ ਹੰਕਾਰ ਕਹਿੰਦੇ ਨੇ। ਜਿਵੇਂ ਸਾਡੇ ਘਰਾਂ ਵਿੱਚ ਜੋ ਹੀ ਬੱਚਾ ਸਾਡਾ 11-12 ਸਾਲ ਦੀ ਏਜ 'ਤੇ ਆਉਂਦਾ ਹੈ ਉਹਨੂੰ ਟੀਨੇਜ ਕਹਿੰਦੇ ਨੇ। ਉਸ ਵੇਲੇ ਉਹਦੀ ਸਭ ਤੋਂ ਪਹਿਲੀ ਕਹਾਣੀ ਸ਼ੁਰੂ ਹੁੰਦੀ ਹੈ, ਮੰਮੀ ਪਾਪਾ मूर्ख हैं, मम्मी पापा बैकवर्ड हैं, मम्मी पापा की बात नहीं माननी चाहिए, दोस्तों मित्रों की माननी चाहिए, फ़ोन पे ईमेल पे इंटरनेट पे उनके साथ बैठना चाहिए, मम्मी पापा की बात को काट देना चाहिए, उनके पास बैठना नहीं चाहिए, दादी हर टाइम टह टह करती रहती है। इस तरह एक कौन 12-13 साल का बच्चा फिर वो सोचता है धर्म की बात तो सुननी चाहिए, धर्म कर्म क्या ये सब ऐसे ही करते हैं। फिर वो ਵੱਡਿਆਂ ਦੇ ਨੁਕਸ ਕੱਢਣੇ ਸ਼ੁਰੂ ਕਰਦਾ ਹੈ, ਫਿਰ ਉਹ ਧਾਰਮਿਕ ਸਥਾਨ 'ਤੇ ਵੀ ਜਾ ਕੇ ਉਹਨਾਂ ਦੇ ਨੁਕਸ ਕੱਢਣੇ ਸ਼ੁਰੂ ਕਰਦਾ ਹੈ। ਇਸ ਤਰ੍ਹਾਂ ਕਰਦਿਆਂ ਕਰਦਿਆਂ ਮਨ ਅੰਦਰ ਇੱਕ ਹੰਕਾਰ ਰਹਿੰਦਾ ਹੈ ਕਿ ਮੈਂ ਸੱਚ ਸੁਣਨਾ ਨਹੀਂ। फ़र्ज़ करो मेरी उम्र 60 साल है या 70 साल है या 80 साल है और जे मैं उस वेले सच ना सुना ਤਾਂ ਇਹਨੂੰ ਜੋਬਨ ਦਾ ਮਾਣ ਹੀ ਕਹਿੰਦੇ ਨੇ। ਉਹ ਟੀਨੇਜ ਵਾਲੀ ਅਕਲ ਖੜੀ ਰਹੀ। ਫਰਜ਼ ਕਰੋ ਮੈਂ ਇੱਕ ਸਾਸੂ ਜੀ ਹਾਂ, ਮੈਂ ਸੱਸ ਹਾਂ, ਮੇਰੀ ਬਹੂ ਆ ਕੇ ਕਹਿ ਰਹੀ ਹੈ ਮਾਤਾ ਜੀ ਤੁਸੀਂ ਇਹ ਵਾਲਾ ਕੰਮ ਇੰਝ ਕਰਦੇ ਹੋ ਨਾ, ਇਹ ਵਾਲੇ ਕੰਮ ਨੂੰ ਜੇ ਅਸੀਂ ਇਸ ਤਰ੍ਹਾਂ ਕਰੀਏ ਤਾਂ ਸੱਸ ਸੁਣਨਾ ਨਹੀਂ ਚਾਹੁੰਦੀ। ਲੈ ਮੈਂ ਇੰਨੇ ਸਾਲਾਂ ਤੋਂ ਕਿਚਨ ਕਰ ਰਹੀ ਹਾਂ, ਇਹ ਕੱਲ੍ਹ ਦੀ ਆਈ ਕੁੜੀ ਮੈਨੂੰ ਪੜ੍ਹਾਉਣ ਲੱਗੀ ਹੈ। ਉਸ ਵੇਲੇ ਜੇ ਸੱਸ ਸੁਣਨਾ ਨਾ ਚਾਹੇ, ਉਹ ਹੋਵੇ 70-80 ਸਾਲ ਦੀ, ਤਾਂ ਉਸਨੂੰ ਟੀਨੇਜ ਵਾਲਾ ਜੋਬਨ ਮਾਣ ਹੀ ਹੈ। ਉਹ ਆਪਣਾ ਜੋਬਨ ਮਤਲਬ ਆਪਣਾ ਯੂਥ ਦਾ ਦਿਮਾਗ ਅੰਦਰ ਇੱਕ ਮਾਣ ਹੰਕਾਰ ਹੈ, ਮੈਨੂੰ ਸਭ ਕੁਝ ਪਤਾ ਹੈ। ਇੰਝ ਹੀ ਜੇ ਨੂੰਹ ਨੂੰ ਸੱਸ ਸਮਝਾਏ ਬੇਟਾ ਤੁਸੀਂ ਇਹ ਕੀ 2-2 ਘੰਟੇ 3-3 ਘੰਟੇ ਇਸ ਆਈਟਮ ਦੀ ਕੁਕਿੰਗ ਦੇ ਚੱਕਰਾਂ ਵਿੱਚ ਪਏ ਹੋਏ ਹੋ, ਕਿਹੜੀ ਇਤਨੇ ਸ਼ੋਅ ਆਫ ਵਿੱਚ ਪਏ ਹੋਏ। ਬੱਚਾ ਅਸੀਂ ਤੇ ਸਾਦਗੀ ਨਾਲ ਇੰਝ ਕਰ ਲੈਂਦੇ ਸੀ। ਜੇ ਮਾਤਾ ਸਮਝਾਏ ਔਰ ਨੂੰਹ ਨਾ ਸੁਣਨਾ ਚਾਹੇ, ਬੜੀ ਅਨਪੜ੍ਹ ਬੁੱਢੀ ਹੈ ਜਾਂ ਮੈਨੂੰ ਸਮਝਾਉਣ ਆਈ ਹੈ, ਇਸ ਤਰ੍ਹਾਂ ਬੀਬੀਆਂ ਗੱਲਾਂ ਕਰਦੀਆਂ ਨੇ। ਮੈਂ ਬੜੀ ਜਗ੍ਹਾ ਦਰਾਣੀਆਂ ਜਠਾਣੀਆਂ ਨੂੰ ਆਪਸ ਵਿੱਚ ਸੱਸ ਦੇ ਬਾਰੇ ਗੱਲਾਂ ਕਰਦਿਆਂ ਸੁਣਿਆ। ਉਹ ਗੱਲਾਂ ਜਦੋਂ ਕਰਦੀਆਂ ਉਹਨਾਂ ਨੂੰ ਆਪਣੇ ਜੋਬਨ ਦਾ ਮਾਣ ਹੁੰਦਾ, ਅਸੀਂ ਪੜ੍ਹ ਕੇ ਆਈਆਂ, ਅਸੀਂ ਡਿਗਰੀ ਪੜ੍ਹ ਕੇ ਆਈਆਂ, ਕਾਲਜ ਪੜ੍ਹ ਕੇ ਆਈਆਂ, ਮਾਤਾ ਨੂੰ ਤਾਂ ਕੋਈ ਅਕਲ ਨਹੀਂ ਹੈ। ਪਰ ਇਹ ਨਹੀਂ ਪਤਾ ਜਿਹੜਾ ਤੇਰਾ ਪਤੀ ਹੈ, ਇਹ ਪਤੀ ਜੇ ਚੰਗਾ ਹੈ ਤਾਂ ਇਸ ਚੰਗੇ ਪਤੀ ਨੂੰ ਇਸ ਮਾਤਾ ਨੇ ਹੀ ਦੁੱਧ ਪਿਲਾਇਆ, ਇਸ ਪਤੀ ਨੂੰ ਮਾਤਾ ਨੇ ਉਂਗਲ ਪੜ੍ਹ ਕੇ ਚੜ੍ਹਨਾ ਸਿਖਾਇਆ। ਇਹ ਪਤੀ ਅੱਜ ਚੰਗਾ ਇਸੀ ਕਰਕੇ ਹੈ ਕਿ ਮਾਤਾ ਦੇ ਗੁਣਾਂ ਕਰਕੇ ਚੰਗਾ ਹੈ, ਲੇਕਿਨ ਉਹਨਾਂ ਨੂੰ ਆਪਣੀ ਜੋਬਨ ਦਾ ਮਾਣ ਹੈ। ਫਰੀਦ ਜੀ ਕਹਿੰਦੇ ਨੇ ਇਸ ਕਿਸਮ ਦੇ ਜਿਹੜੇ ਦੁਨੀਆ ਭਰ ਦੇ ਜੋਬਨ ਦੇ ਮਾਣ ਹੈ ਨਾ, ਮੈਂ ਐਸਾ ਜੋਬਨ ਜਾਣ ਤੋਂ ਨਹੀਂ ਡਰਦਾ। ਸਮਰਪਣ ਸਿਖਾ ਰਹੇ ਨੇ, ਨਮਰਤਾ ਸਿਖਾ ਰਹੇ ਨੇ। ਅੱਛਾ, ਜਿਸ ਨੂੰ ਜੋਬਨ ਦਾ ਮਾਣ ਹੁੰਦਾ ਨਾ, ਉਹਨਾਂ ਚੰਗੇ ਗੁਣ ਲੈਣ ਵਾਸਤੇ ਉਦਮ ਨਹੀਂ ਕਰਦਾ। ਇੱਕ ਤਾਂ ਸੁਣਦਾ ਨਹੀਂ ਹੈ, ਦੂਜਾ ਚੰਗਾ ਗੁਣ ਜੇ ਕਦੀ ਕੰਨਾਂ 'ਚ ਪੈ ਵੀ ਜਾਏ ਤਾਂ ਸੁਣ ਕੇ ਉਹਦੇ ਵਾਸਤੇ ਉਦਮ ਨਹੀਂ ਕਰਦਾ। ਉਹਦੇ ਨਾਲ ਅਵਗੁਣ ਪ੍ਰਧਾਨ ਹੁੰਦੇ ਨੇ, ਅਵਗੁਣਾਂ ਦਾ ਗ੍ਰਾਫ ਪੀਕ 'ਤੇ ਹੁੰਦਾ ਔਰ ਉਹਨਾਂ ਆਪਣਾ ਸੁਭਾਅ ਚੇਂਜ ਨਹੀਂ ਕਰਨਾ ਚਾਹੁੰਦੇ ਨੇ। ਜੇ ਮੈਂ ਜਵਾਨ ਹਾਂ ਤਾਂ ਮੈਨੂੰ ਆਪਣੀ ਪੜ੍ਹਾਈ ਦਾ ਮਾਣ ਹੈ, ਜਾਂ ਮੈਂ ਮੰਮੀ ਪਾਪਾ ਨੂੰ ਕਹਿੰਦਾ ਮੈਨੇ ਕੋਈ ਗੁਰਦੁਆਰਾ ਨਹੀਂ ਜਾਣਾ, ਮੈਨੇ ਕੋਈ ਪਾਠ ਵਗੈਰਾ ਨਹੀਂ ਕਰਨਾ, ਮੇਰਾ ਹੋਮਵਰਕ ਹੈ, ਮੇਰਾ ਪ੍ਰੋਜੈਕਟ ਹੈ, ਮੇਰਾ ਇਹ ਹੈ, ਮੇਰਾ ਉਹ ਹੈ। ਦਰਅਸਲ ਉਹਨਾਂ ਨੂੰ ਆਪਣੇ ਸੁਭਾਅ 'ਤੇ ਅਟੈਕ ਹੁੰਦਾ ਹੈ। ਇੰਝ ਹੀ ਵੱਡਿਆਂ ਨੂੰ ਜਦੋਂ ਆਪਣੇ ਸੁਭਾਅ 'ਤੇ ਅਟੈਕ ਹੁੰਦਾ ਉਹ ਸੁਣਨਾ ਨਹੀਂ ਚਾਹੁੰਦੇ ਨੇ। ਸਾਧ ਸੰਗਤ ਜੀ, ਸ਼ਲੋਕ ਬਹੁਤ ਹੀ ਸੰਜੀਦਾ ਹੈ। ਜਿਤਨਾ ਸੰਜੀਦਾ ਹੋਵੇ ਨਾ, ਉਤਨਾ ਸਲੋ ਆਰਾਮ ਨਾਲ ਵਿਚਾਰ ਕਰਨ ਦਾ ਬੜਾ ਵਿਸਮਾਦ ਹੁੰਦਾ ਹੈ, ਕਿਉਂਕਿ ਉਤਨਾ ਸਾਨੂੰ ਸਮੁੰਦਰ ਦੀ ਗਹਿਰਾਈ 'ਚ ਜਾ ਕੇ ਰਤਨ ਜਵਾਹਰ ਮਾਣਿਕ ਪ੍ਰਾਪਤ ਕਰਨ ਦਾ ਚਾਂਸ ਹੁੰਦਾ ਹੈ। ਲੇਕਿਨ ਸਾਡੇ ਕੋਲ ਅੱਜ ਲਿਮਿਟਿਡ ਸਮਾਂ ਹੈ, ਇਸ ਕਰਕੇ ਮੈਨੂੰ ਖਿਮਾ ਕਰਨਾ, ਮੈਂ ਥੋੜ੍ਹਾ ਜਲਦੀ ਵੀ ਬੋਲ ਰਿਹਾ। ਹਾਲਾਂਕਿ ਮੇਰਾ ਇਹ ਸੁਭਾਅ ਮੈਨੂੰ ਆਪ ਮਹਿਸੂਸ ਹੁੰਦਾ ਹੈ। ਆਈ ਡੋਂਟ ਲਾਈਕ ਕਿ ਮੇਰਾ ਸੁਭਾਅ ਹੈ ਕਿ ਮੈਂ ਜਲਦੀ ਬੋਲਾਂ। ਪਰ ਸ਼ਲੋਕ ਅਤੇ ਬਾਣੀ ਦੀ ਇੱਕ ਟਰਮ ਔਰ ਬਾਣੀ ਦੇ ਭਾਵ ਅਰਥ ਜਲਦੀ ਵਿਚਾਰਨ ਵਾਲੇ ਨਹੀਂ ਨੇ। ਇਹ ਛੇਤੀ 3-3 ਮਿੰਟ ਦੇ ਮੈਸੇਜਿਸ ਦੇ ਨਾਲ ਸੁਭਾਅ ਨਹੀਂ ਚੇਂਜ ਹੁੰਦੇ ਨੇ। ਸਾਡੀ ਸਭ ਦੀ ਆਦਤ ਬਣੀ ਹੋਈ ਹੈ
ये देखा, ये आज क्या मैसेज आया, देखो ये क्या लिखा है, ये लिखा है, चलो मैसेज दबाओ, अगला मैसेज देखो, चलो मैसेज दबाओ, बस मैसेज आया 3 मिनट में मैसेज गया। इस तरह सुभाਅ नहीं चेंज होते ने। ये शरीरा मेरा इस जग में आए कह क्या तू कर्म कमाया, कर्म कमाना पैंदा है हर पल, जिंदगी दे हर पल असी ਉੱਚਿਆਂ चढ़ना ਹੁੰਦਾ, थल्ले नहीं डिगना ਹੁੰਦਾ, नीच कर्म ਵੱਲ नहीं जाना ਹੁੰਦਾ, अपना सुभाਅ डे बाई डे ਉੱਚੇ करते जाना। ਉਹਨੂੰ ਕਹਿੰਦੇ ਨੇ संत का मार्ग धर्म की पौड़ी, कोवड भागी पाए। जो ये मेहनत करते ने वो ਵੱਡੇ भाग बना लेंदे ने, पूरे भाग प्राप्त होई ਤਾਂ ਹੁੰਦਾ है। सो जो बंदा हंकार विच मन की मत अवगुण छड्डण वाल ध्यान पैंदा ही नहीं, जिन्हां नूं जो बंदा हंकार हो जाता है, ईवल्स नंगेज दे कपड़े जिसनों अश्लीलता कहते ने, लोक विखावा, फैशन अते अपने चंगा सुनिया देण वाले दी गल नहीं माफक, पर अपने अवगणी साथियां दी गल पसंद होंदी है। इस करके जो बंदे माण विच अपने बुजुर्गां दी गल पसंद नहीं होंदी, अपने सहेलियां दी, अपने दोस्तां दी, उन्हां दी गल माफक होंदी है। घर बैठ के अपनी सस दी गल परवान नहीं होंदी, भावें वो चंगा भी सिखाए। जो बंदा माण है, हंकार है, फरीद जी कहते ने जो बन जाते ना डरा। कारण की है, क्योंकि जे मेरी शौ नाल प्रीत टुट गई तो इस जोबन नूं रखन दा फायदा भी कुछ नहीं है। अज बड़ियां सारियां बीबियां नूं जदों पुछी दे ना तुसीं ये जिहड़ा फैशन कीता होया है, तो वो अपनी आड़ लैंदियां ने मेरे पति नूं ये वाला फैशन पसंद है। लेकिन जदों उन्हां दे पति नूं पुछो तो पति कहंदा है ते सुणदी ही नहीं, ऐ ते अपने फैशन प्रस्ती वालियां सहेलियां नूं देखदी है या टीवी ते जो देखदी है, घर आके सानूं कहंदी है जो टीवी ते उस हीरोइन ने जिहड़ी ज्वैलरी पाई सी वो मैनूं बनवा के दिओ, उसने जिहड़े अश्लील कपड़े पाए सी वो मैनूं बनवा के दिओ। एक उंज करदी है, मैं ते इहनूं कहा ही नहीं, शिंगार ते असीं पति वास्ते करदे ही नहीं पए। लेकिन असी डे बाई डे मार्केट अंदर जिहड़ा फैशन है वो भावें अश्लील फैशन ही क्यों ना होवे, ਅਸੀਂ ਉਸ ਨੂੰ ਲੈ ਲੈਂਦੇ ਹਾਂ ਲੋਕਾਂ ਦੇ ਨਾਲ ਵਿਚਰਨ ਵਾਸਤੇ। ਲੋਕਾਂ ਦੀਆਂ ਨੀਵੀਆਂ ਮੰਦੀਆਂ ਨੀਚ ਸੋਚਣੀ ਵਾਲੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਨਾਲ ਫੋਲੋ ਕਰਕੇ ਲੋਕਾਂ ਦੀ ਉਂਗਲ ਪਕੜਨ ਨੂੰ ਅਸੀਂ ਜੋਬਨ ਸਮਝਦੇ ਹਾਂ ਔਰ ਸੱਚ ਦੀ ਪ੍ਰੀਤ ਛੱਡ ਦਿੰਦੇ ਹਾਂ। ਫਰੀਦ ਜੀ ਕਹਿ ਰਹੇ ਨੇ ਮੇਰੀ ਸੱਚ ਦੀ ਪ੍ਰੀਤ ਨਹੀਂ ਜਾਣੀ ਚਾਹੀਦੀ, ਭਾਵੇਂ ਮੈਨੂੰ ਲੋਕਾਂ ਦੀ ਲੋਕਾਚਾਰੀ ਛੱਡਣੀ ਪਵੇ। लोकाचारी छड्डण वास्ते सानू पता है की समझाते हैं कि जे तू लोकाचारी छड्डेगा नहीं सुखी नहीं होएगा, लोकाचारी छड्डेगा नहीं तेरा जीवन सुहावना नहीं बनेगा। लोकाचारी छड्ड छड्ड दुनिया, छड्ड दुनिया, छड्ड अंदर जावना, अंदर जावना, कपड़ रूप सुहावना, छड्ड दुनिया, छड्ड दुनिया, अंदर जावना, अंदर जा अपने अंतर आत्मे मन तू जो स्वरूप है अपना मूल पछाण, अपने बारे विचार कर तां तेरा जिंदगी रूप कपड़ सुहावना हो जाएगा। तेरा पहरन जिहड़ा तू मत उत्ते पाया होया वो तैनूं सुख देवेगा, वरना तू अश्लील फैशन जिहड़ा पाया ये तैनूं सुख नहीं देगा, तेरी इज्जत भी खतरे च रहेगी। सो
ਫਰੀਦ ਜੀ ਕਹਿੰਦੇ ਨੇ ਜੋ ਦੁਨੀਆ ਨੂੰ ਖੁਸ਼ ਕਰਨ ਦਾ ਅਤੇ ਦਿਖਾਵੇ ਦਾ ਔਰ ਮੇਰੇ ਮਨ ਦਾ ਹੰਕਾਰ ਹੈ ਨਾ, ਉਸ ਜੋਬਨ ਜਾਨ ਤੋਂ ਮੈਂ ਨਹੀਂ ਡਰਦਾ। ਜੋਬਨ ਜਾਂਦੇ ਨਾ ਡਰਾਂ, ਜੇ ਸ਼ੋ ਪ੍ਰੀਤ ਨ ਜਾਏ ਫਰੀਦਾ, ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਜਦੋਂ ਫਰੀਦ ਜੀ ਦੀ ਗੱਲ ਨੂੰ ਅਸੀਂ ਸੁਣਦੇ ਹਾਂ ਨਾ, ਤਾਂ ਪਤਾ ਲੱਗਦਾ ਕਹਿੰਦੇ ਪਏ ਨੇ ਜਿਨ੍ਹਾਂ ਲੋਕਾਂ ਨੇ ਨਹੀਂ ਸਮਝਿਆ ਮੇਰੇ ਵਾਲੀ ਗੱਲ ਕਿ ਵੀ ਮੈਂ ਤੇ ਆਪਣਾ ਸੋ ਕਾਰਡ ਤਥਾ ਕਥਿਤ ਦਿਖਾਵੇ ਦਾ ਜੋਬਨ, ਹੰਕਾਰ, ਅਕਲ, ਓਵਰ ਕੌਨਫੀਡੈਂਸ, ਸੋ ਕਾਰਡ ਨੌਲੇਜ, ਇਹ ਜਿਹੜਾ ਜੋਬਨ ਹੈ ਨਾ, ਇਹ ਜੋਬਨ ਲੋਕਾਂ ਨੇ ਪਕੜ ਕੇ ਰੱਖਿਆ ਨਾ, ਐਸੇ ਕਿਤਨੇ ਜੋਬਨ ਸੁੱਕ ਗਏ ਜ਼ਿੰਦਗੀ 'ਚ, ਪ੍ਰੀਤ ਬਿਨਾ ਕੁੰਬਲਾ ਗਏ। ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁੰਬਲਾਏ। ਗੁਰਮਤਿ ਦਾ ਪ੍ਰੀਤ ਪਤਾ ਕੀ ਹੈ? ਗੁਰਮਤਿ ਦੀ ਪ੍ਰੀਤ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਹ ਗੁਰਮਤਿ ਦੀ ਪ੍ਰੀਤ ਹੈ। ਕਈ ਲੋਕੀ ਸਮਝਦੇ ਨੇ ਪ੍ਰੀਤ ਦਾ ਮਤਲਬ ਹੁੰਦਾ ਵਿਚਾਰ ਨਾ ਕਰਨਾ। कई लोग प्रीत का मतलब समझते हैं प्रेम होना चाहिए जी, विचार करने की जरूरत नहीं है। कोई मर्जी कर्म कांड करते जाओ जी, कर्म कांड पाखंड करन प्रीत समझ रहे होंगे ने, और प्रीत और प्रेम के ना हेठा विचार नहीं करना चाहते हैं, क्योंकि वो कहते हैं विचार का मतलब होता है किंतु परंतु, क्योंकि वो कहते हैं विचार मतलब तो लॉजिक होता है, क्योंकि विचार में ना जी दिमाग लगाना पड़ता है। प्रीत में मन की बात होती है, मन की बात रब जी की बात है, और रब जी कदे भी कर्म कांड और पाखंड नहीं सिखाते ने। अंध विश्वास उत्ते विश्वास रख के उसकी प्रैक्टिस करन नूं प्रीत नहीं कहते ने। मैं प्रीत नाल धूप अगरबत्ती करी जावां और कोई मनु कह दे ये रास्ते में एक चौक के ऊपर गाय का गोबर पड़ा हुआ है, तुम इसके ऊपर अगर अगरबत्ती लगा दोगे तो ये प्रीत की निशानी है। अगर आधी रात को भी तूफान जल रहा है और यहाँ पर तुम मोमबत्ती जला दोगे, प्रीत की निशानी। इस तरीके से कर्म कांड नूं प्रीत नहीं कहते ने। सो रूप रब जी ने सानू सुमत बख्शी है, हार परे स्वामी के द्वारा दीजे बुद्ध विवेकां वाली विवेक बुद्धि मंगण वास्ते क्या है, ਤਾਂ ਅਸੀਂ ਵਿਵੇਕ ਬੁੱਧੀ ਲੈਂਦੇ ਹਾਂ। ਵਿਵੇਕ ਬੁੱਧੀ ਨਾਲ ਮਨ ਸਾਡਾ ਸੁਚੇਤ ਹੁੰਦਾ ਹੈ। ਸੋ ਵੱਡੀ ਉਮਰ 'ਚ ਵੀ ਬਾਹਰਲੇ ਸ਼ਿੰਗਾਰ 'ਚ ਮਸਤ ਰਹਿਣਾ ਮਾਨੋ ਜੋਬਨ ਹੰਕਾਰੀ ਹੈ। ਅਸੀਂ ਲਿਵਿੰਗ ਟ੍ਰੈਜਰ ਪ੍ਰੋਗਰਾਮ ਅੱਜ ਤੋਂ 23-24 ਸਾਲ ਪਹਿਲਾਂ ਸ਼ੁਰੂ ਕੀਤਾ ਸੀ, जिसका नाम है जीवन जहाज का खजाना। सो ये प्रोग्राम केबल ते आना शुरू हो गया, टीवी ते आना शुरू हो गया, बहुत सारे लोगों को पता लगना शुरू हो गया। तो बहुत सारे लोग आके मेरे नाल क्रॉस क्वेश्चनिंग भी करन लग पे, गलबात भी करन लग पे। पर क्योंकि मेरा बचपना लाजपत नगर या रजौरी गार्डन बीतिया सी, सो जदों मेरा बचपना सी तब मैं जदों कीर्तन करदा सी, मन्नू इस्त्री सत्संग वालियां बीबियां बुलांदियां सी। सो जदों मैं 20-21 साल या 15-16 साल का सी, वो सारियां मैनू बुलांदियां सी। सो मेरे देखदे जदों हुण 23 साल पहला अमेरिका तो कई सालों बाद वापस आने तो बाद, इतनी दुनिया देखण तो बाद और बाणी विचारन तो बाद, जदों मैं गल सांझ करदा सी कि सानू बाहर दे फोकट शिंगार दे बदले मिठा बोलन नीव चलन दा शिंगार सिखाया है। जाए पुछो सुहागणी तुसी राव्या किन्नी गुणी, सहज संतोख शिंगारिया, मिठा बोलनी वाला शिंगार सिखाया है। तो जड़ियाँ 70-70 80-80 साल दियाँ बुढ़ियाँ मातावां सी ना, मन कहंदियां नहीं 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 काका जी तुहानू नहीं पता है, जिहड़ी नौजवान कुड़ी होंदी है ना या जिहड़ी विआह के आंदी है ना, उसनू थोड़ा चाह होंदा है शिंगार करन दा। तुसी इतना रैश ना बोलिया करो, इतना रैशनल ना हो जाया करो, शिंगार नू इतना कंडैम ना करया करो। मैं उन्होंने मत्था टेक के माफ़ी मांग लैंदा सी। पर मैं नोटिस करता 70-70 80-80 90-90 साल हो जाते हैं, उन्होंने शिंगार की भुख मिटदी ही नहीं है। जे साडी शिंगार की भुख मिटदी नहीं है तो सानू विचारना पेगा, मैनू इनर ब्यूटी वाला एमन सुंदर अपना वाला शिंगार आंदा है, जिन्होंने वो शिंगारा जाता है, उन्हों का बाहरले जो बंदे दिखावे का हंकार छुट जाता है।
मैं नहीं कह रहा कि ਅਸੀਂ ਆਪਣੇ ਆਪ ਨੂੰ ਅਪ ਟੂ ਡੇਟ ਨਹੀਂ ਰੱਖਣਾ, ਮੈਂ ਇਹ ਨਹੀਂ ਕਹਿ ਰਿਹਾ ਕਿ ਅਸੀਂ ਤਿਆਰ ਹੀ ਨਾ ਹੋਈਏ, ਮੈਂ ਨਹੀਂ ਕਹਿ ਰਿਹਾ ਕਿ ਅਸੀਂ ਨਹਾਈਏ ਧੋਈਏ ਨਾ, ਮੈਂ ਇੱਕ ਗੱਲ ਕਰ ਰਿਹਾ, ਇੱਕ ਗ੍ਰੇਸਫੁਲ ਆਪਣੇ ਆਪ ਨੂੰ ਪੁੱਟਅਪ ਕਰਨਾ ਗੱਲ ਹੋਰ ਹੈ, ਲੇਕਿਨ ਬਾਹਰ ਦੇ ਜੋਬਨ ਨੂੰ ਦੂਜਿਆਂ ਦੇ ਹਿਸਾਬ ਦੇ ਨਾਲ ਦੇਖਦੇ ਰਹਿਣਾ ਸਾਡੀ ਸੈਲਫ ਐਸਟੀਮ ਡਾਊਨ ਹੁੰਦੀ ਹੈ। ਸੋ ਵੱਡੀ ਉਮਰ 'ਚ ਵੀ ਬਾਹਰਲੇ ਸ਼ਿੰਗਾਰ ਵਿੱਚ ਮਸਤ ਰਹਿਣਾ, ਮਾਨੋ ਜੋਬਨ ਦੇ ਹੰਕਾਰੀਆਂ ਐਸੇ ਲੋਕੀ ਜੋਬਨ ਈਵਨ ਦੇਅਰ ਕਿਡਸ ਲਾਈਕ ਕਿ ਸਾਡੇ ਮੰਮੀ ਪਾਪਾ। ਸੋ ਕਈ ਬਜ਼ੁਰਗਾਂ ਨੂੰ ਮੈਂ ਸੁਣਿਆ ਉਹ ਇਹ ਕਹਿੰਦੇ ਨੇ, ਮੈਂ ਤਾਂ ਦਰਅਸਲ ਅੰਮ੍ਰਿਤ ਛਕਣਾ ਚਾਹੁੰਦੀ ਸੀ ਪਰ ਮੈਨੂੰ ਵਾਲ ਰੰਗਣੇ ਛੋੜ ਨਹੀਂ ਪਾਉਂਦੀਆਂ ਕਿਉਂਕਿ ਮੇਰੇ ਬੱਚੇ ਕਹਿੰਦੇ ਨੇ ਮੰਮੀ ਆਪ ਬੁੱਢੇ ਲੱਗਦੇ ਹੋ। ਪ੍ਰੋਟੈਕਟ ਕਰਨਾ, ਫਰੀਦ ਜੀ ਕਹਿ ਰਹੇ ਨੇ ਜੋ ਬਣ ਜਾਂਦੇ ਨਾ ਡਰਾਂ। ਫਰੀਦ ਜੀ ਤੇ ਕਹਿੰਦੇ ਨੇ, ਦੇਖ ਫਰੀਦਾ ਜੋ ਥੀਆ ਦਾੜੀ ਹੋਈ ਪੂਰ, ਅੱਗਾ ਨੇੜਾ ਆਇਆ ਪਿੱਛਾ ਰਿਹਾ ਦੂਰ। ਦਾੜੀ ਪੂਰ ਦਾ ਮਤਲਬ ਹੀ ਬੁਢਾਪਾ ਨਹੀਂ ਹੁੰਦਾ, ਦਾੜੀ ਪੂਰ ਦਾ ਮਤਲਬ ਬੁੱਢੇ ਦੇ ਉਹ ਦਿਨ ਆ ਗਏ ਵੀ ਅੱਗੇ ਡੈਥ ਆ ਜਾਏਗੀ, ਇਹ ਨਹੀਂ ਹੁੰਦਾ। ਦਾੜੀ ਪੂਰ ਦਾ ਹੁੰਦਾ ਵਿਜ਼ਡਮ। ਦੇਖ ਫਰੀਦਾ ਜੋ ਥੀਆ ਦਾੜੀ ਹੋਈ ਪੂਰ, ਅਦਰਵਾਈਜ਼ ਫਰੀਦਾ ਜੇ 100 ਵਰਿਆਂ ਵੀ ਜੀਵਣਾ ਪੀਤਨ ਹੋ ਸਿੱਖੇ ਵਾਲਾ ਜੀਵਨ ਹੋ ਜਾਂਦਾ ਹੈ। ਸਾਨੂੰ ਅਵਗੁਣਾ ਦੀ, ਝੂਠ ਦੀ, ਦਿਖਾਵੇ ਦੀ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਉਹਦੇ ਬਦਲੇ ਲੈਣੀ ਚਾਹੀਦੀ ਹੈ। ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੇ ਤਾਂ ਛੋੜਨਾ ਚਾਹੀਏ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਾਂ ਦਿਓ ਹੈ ਢਾਰ, ਅਸੀਂ ਇਹ ਸਿੱਖਦੇ ਹਾਂ। ਸੋ ਜੋਬਨ ਜਾਣ ਦੇ ਡਰ, ਲੋਕੀ ਕੀ ਕਹਿਣਗੇ, ਬੁੱਢਾ ਲੱਗਣਾ ਪਸੰਦ ਨਹੀਂ। ਕਿਸੇ ਨੇ ਆਂਟੀ ਅੰਕਲ ਮਾਤਾ ਜੀ ਕਹਿ ਦਿੱਤਾ, ਪਾਪਾ ਜੀ ਕਹਿ ਦਿੱਤਾ, ਵੀ ਕੈਨ ਨਾਟ ਬੇਅਰ ਦੈਟ। ਸਾਨੂੰ ਬੜਾ ਅੱਛਾ ਲੱਗਦਾ ਹੈ, ਮੇਰੀ ਉਮਰ 70 ਸਾਲ ਹੋਵੇ ਔਰ ਕੋਈ ਕਹੇ ਆਪ ਤੋਂ 50 ਕੇ ਲੱਗ ਰਹੇ ਹੋ, ਬੜਾ ਅੱਛਾ ਲੱਗਦਾ ਹੈ ਸਾਨੂੰ। ਮੈਨੂੰ ਪਾਰਟੀ 'ਚ ਲੋਕੀ ਕੀ ਕਹਿਣਗੇ, ਇਹ ਜੋਬਨ, ਇਹ ਹੰਕਾਰ। ਜੇ ਮੇਰੇ ਚਿੱਟੇ ਕੇਸਾਂ ਨੂੰ ਮੈਂ ਰੰਗਾਂਗੀ ਨਹੀਂ, ਮੇਰਾ ਪਤੀ ਹੋਰਨਾਂ ਵੱਲ ਵੇਖਦਾ ਪਾਰਟੀ 'ਚ ਜਾ ਕੇ। ਇਹ ਮੇਰੇ ਨਾਲ ਕਈਆਂ ਨੇ ਸ਼ੇਅਰ ਕੀਤਾ। ਸਾਧ ਸੰਗਤ ਜੀ, ਇਹ ਸਾਰੀਆਂ ਚੀਜ਼ਾਂ ਸਾਡੇ ਨਾਲ ਵਾਪਰਦੀਆਂ ਨੇ। ਮੈਂ ਫਰੀਦ ਜੀ ਜਿਸ ਪ੍ਰਥਾएं ਕਹਿ ਰਹੇ ਨੇ, ਪਤਾ ਨਹੀਂ ਮੈਂ ਉਹ ਪ੍ਰਥਾएं ਟੱਚ ਕਰ ਸਕਾਂ ਨਾ ਸਕਾਂ, ਮੈਂ ਆਪਣੇ ਨਾਲ ਰਿਲੇਟ ਕਰ ਕਰਕੇ ਸ਼ਲੋਕ ਨੂੰ ਸਮਝਣ ਦਾ ਯਤਨ ਕਰ ਰਿਹਾ ਕਿ ਅਸੀਂ ਸ਼ੌਪ੍ਰੀਤ ਪ੍ਰਾਪਤ ਕਰਨ ਵਾਸਤੇ ਅੰਦਰ ਦੀ ਆਵਾਜ਼ ਸੁਣਨੀ ਹੈ, ਲੋਕਾਚਾਰੀ ਵਿੱਚ ਨਹੀਂ ਪੈਣਾ ਹੈ ਅਤੇ ਲੋਕ ਵਿਖਾਵੇ ਦੇ ਫੈਸ਼ਨ ਵਿੱਚ ਨਹੀਂ ਪੈਣਾ ਹੈ। ਇਸ ਦੀ ਵਿਚਾਰ ਚੱਲ ਨਹੀਂ ਰਹੀ ਹੈ, ਤਾਂ ਹੀ ਲੋਕ ਦਿਨੋਂ ਦਿਨ ਸੀਰੀਅਲ ਦੇਖ ਕੇ ਅਸ਼ਲੀਲ ਕੱਪੜੇ ਪਾਉਣ ਵੱਲ ਵੱਧਦੇ ਜਾ ਰਹੇ ਨੇ। ਅੱਜ ਸਾਡੇ ਘਰਾਂ ਵਿੱਚ ਨੌਜਵਾਨ ਇਸਤਰੀਆਂ ਆਪਣੇ ਬਜ਼ੁਰਗਾਂ ਦੇ ਸਾਹਮਣੇ ਸਿਰ ਕੱਜਣਾ ਪਸੰਦ ਨਹੀਂ ਕਰਦੀਆਂ, ਵਾਲ ਖੁੱਲ੍ਹੇ ਰੱਖਣਾ ਪਸੰਦ ਕਰਦੀਆਂ ਨੇ ਔਰ ਸਤਕਾਰ ਦੇ, ਹਲੀਮੀ ਦੇ ਬੋਲ ਮੁੱਕ ਗਏ ਨੇ। ਮਿੱਠਾ ਬੋਲਣਾ ਔਰ ਨੀਵਾਂ ਬੋਲਣਾ ਖਤਮ ਹੋ ਗਿਆ ਹੈ। ਇਹ ਸਾਰਾ ਕੁਝ ਸਾਡਾ ਜੋਬਨ ਹੀ ਹੈ। ਇਸ ਤਰੀਕੇ ਦੇ ਨਾਲ ਲੋਕਾਂ ਨੂੰ ਆਪਣੇ ਸਾਰਾ ਧਿਆਨ ਸਰੀਰ ਵੱਲ ਪੈ ਗਿਆ। ਸਰੀਰ ਵੱਲ ਪੈਣ ਨਾਲ ਕੀ ਹੋ ਜਾਂਦਾ ਹੈ, ਮਨੁੱਖ ਦੇਹ ਅਧਿਆਸੀ ਹੋ ਜਾਂਦਾ ਹੈ, ਅੰਦਰ ਦੀ ਆਵਾਜ਼ ਸੁਣ ਨਹੀਂ ਪਾਉਂਦਾ। ਸੋ ਸਾਨੂੰ ਫਰੀਦ ਜੀ ਇਹ ਸਿਖਾ ਰਹੇ ਨੇ, ਤੂੰ ਆਪਣੇ ਵਿਕਾਰ ਅਸ਼ਲੀਲਤਾ 'ਤੇ ਕਾਬੂ ਪਾ, ਸੁਭਾਅ ਦੇ ਆਫਟਰ ਇਫੈਕਟ ਦੀ ਵਿਚਾਰ ਕਰ। ਉਹਨੂੰ ਕਹਿੰਦੇ ਭਾਂਡਾ ਹੱਛਾ ਸੋਏ ਜੋਤਿਸ ਭਾਵਸੀ, ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਈ ਸੀ, ਗੁਰੂ ਦੁਆਰਾ ਹੋਏ ਸੋਜੀ ਪਾਏ ਸੀ, ਏਤ ਦੁਆਰਾ ਹੋਏ ਹੱਛਾ ਹੋਏ ਸੀ, ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਜਿਉਂ ਹੀ ਤੂੰ ਭਾਂਡਾ ਇੱਥੇ ਧੋਣਾ ਆਏਗਾ ਨਾ, ਧੋ ਲੇਗਾ ਨਾ, ਤਾਂ ਤੈਨੂੰ ਮੈਲੇ ਹੱਛੇ ਦੀ ਵਿਚਾਰ ਸਮਝ ਆ ਜਾਏਗੀ, ਮੈਲੇ ਹੱਛੇ ਦੀ ਵਿਚਾਰ ਕਰਨ ਦੀ ਅਕਲ ਆ ਜਾਏਗੀ। ਉਹਨੂੰ ਵਿਵੇਕ ਬੁੱਧੀ ਕਹਿੰਦੇ ਨੇ, ਉਹਨੂੰ ਡਿਵਾਈਨ ਇੰਟੈਲੈਕਟ ਕਹਿੰਦੇ ਨੇ, ਉਹਨੂੰ ਸਪਿਰਿਚੁਅਲਿਟੀ ਦਾ ਇੰਟੈਲੈਕਟ ਕਹਿੰਦੇ ਨੇ, ਉਹਨੂੰ ਚੁੰਚ ਗਿਆਨ ਦੀ ਚਤਰਾਈ ਨਹੀਂ ਕਹਿੰਦੇ ਨੇ, ਉਹਨੂੰ ਸੋ ਕਾਲਡ ਨੌਲੇਜ ਨਹੀਂ ਕਹਿੰਦੇ ਨੇ। ਤੈਨੂੰ ਧਾਰਮਿਕਤਾ, ਅਧਿਆਤਮਿਕਤਾ ਵਾਲਾ, ਆਈਡੀਅਲਸ ਵਾਲਾ, ਵਰਚੂਜ਼ ਵਾਲਾ, ਚੰਗੇ ਗੁਣਾਂ ਵਾਲਾ, ਨਿਰਮਲ ਕਰਮ ਵਾਲਾ ਧਰਮ ਸਮਝ ਆਉਣਾ ਸ਼ੁਰੂ ਹੋ ਜਾਏਗਾ।
ਸੋ ਸ਼ੌ ਪ੍ਰੀਤ ਵਿਜ਼ਡਮ, ਰੱਬ, ਗੁਰੂ ਨਾਲ ਪ੍ਰੀਤ, ਵਰਚੂਜ਼ ਵਰਸਿਸ ਵਾਈਸਿਸ ਦੀ ਵਿਚਾਰ ਸਮਝ ਆ ਜਾਂਦੀ ਹੈ। ਵਿਜ਼ਡਮ ਲੈ ਕੇ ਆਪਣੇ ਸੁਭਾਅ ਦੀ ਪੜਚੋਲ ਕਰਨੀ ਆ ਜਾਂਦੀ ਹੈ। ਇਹਨੂੰ ਸ਼ੈ ਦੀ ਪ੍ਰੀਤ ਕਹਿੰਦੇ ਨੇ। ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸੋ ਅਸੀਂ ਕੀ ਕਰ ਰਹੇ ਹਾਂ ਕਿ ਅਸੀਂ ਬਾਣੀ ਪੜ੍ਹ ਕੇ, ਕੀਰਤਨ ਸੁਣ ਕੇ, ਵਿਚਾਰਾਂ ਕਰ ਕਰਕੇ ਆਪਣੇ ਅੰਦਰ ਦਾ ਸ਼ਿੰਗਾਰ ਕਰਨਾ ਸਿੱਖਦੇ ਹਾਂ। ਅਤੇ ਸ਼ਿੰਗਾਰ ਕੀ ਕਰਦੇ ਹਾਂ, ਮੈਂ ਹੁਣੇ ਪਹਿਲਾਂ ਪੰਕਤੀ ਉਹ ਤੁਹਾਡੇ ਨਾਲ ਜਲਦੀ 'ਚ ਬੋਲ ਦਿੱਤੀ ਹੈ, ਉਹਨੂੰ ਗਾਇਨ ਕਰੀਏ ਤਾਂ ਕਿ ਸਾਡੇ ਮਾਈਂਡ 'ਤੇ ਉਹ ਛਪ ਜਾਏ, ਸਾਡੇ ਹਿਰਦੇ 'ਤੇ ਛਪ ਜਾਏ। ਜਾਏ ਪੁੱਛੋ ਸੁਹਾਗਣੀ, ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ, ਤੁਸੀਂ ਰਾਵਿਆ ਕਿੰਨੀ ਗੁਣੀ। ਸਹਿਜ ਸੰਤੋਖ ਸ਼ਿੰਗਾਰਿਆ, ਸਹਿਜ ਸੰਤੋਖ ਸ਼ਿੰਗਾਰਿਆ, ਮਿੱਠਾ ਬੋਲਣੀ, ਮਿੱਠਾ ਬੋਲਣੀ। ਪੀਰ ਰਿਸਾਲੂ ਤਾਂ ਮਿਲੇ, ਪੀਰ ਰਿਸਾਲੂ ਤਾਂ ਮਿਲੇ, ਜਾਂ ਗੁਰ ਕਾ ਸ਼ਬਦ ਸੁਣੀ, ਜਾਂ ਗੁਰ ਕਾ ਸ਼ਬਦ ਸੁਣੀ। ਆਵੋ ਭੈਣੇ ਗਲ ਮਿਲੇ, ਅੰਕ ਸਹੇਲੜੀਆਂ, ਅੰਕ ਸਹੇਲੜੀਆਂ। ਮਿਲ ਕੇ ਕਰੇ ਕਹਾਣੀਆਂ, ਮਿਲ ਕੇ ਕਰੇ ਸਮਰੱਥ ਕੰਤ ਕੀਆਂ। ਆਵੋ ਭੈਣੇ ਗਲ ਮਿਲੇ, ਅੰਕ ਸਹੇਲੜੀਆਂ, ਅੰਕ ਸਹੇਲੜੀਆਂ। ਸੋ ਇਹ ਪ੍ਰੀਤ ਹੈ। ਕੀ ਹੈ? ਜਾਏ ਪੁੱਛੋ ਸੁਹਾਗਣੀ, ਜੋ ਸੁਹਾਗਨ ਹੈ, ਜੋ ਆਪਣੇ ਪਤੀ ਨਾਲ ਇਕਮਿਕ ਹੈ। ਅਸੀਂ ਸਾਰਿਆਂ ਦਾ ਪਤੀ ਕੌਣ ਹੈ? ਰੱਬ ਜੀ। ਗੁਰਮਤਿ 'ਚ ਰੱਬ ਜੀ ਕਹਿੰਦੇ ਨੇ ਅੰਦਰ ਵਸਦੇ ਰੱਬ। ਅੰਦਰ ਵਸਦੇ ਰੱਬ ਦੀ ਜਿਹੜਾ ਗੱਲ ਸੁਣ ਲੈਂਦਾ ਉਹਨੂੰ ਵਿਜ਼ਡਮ ਕਹਿੰਦੇ ਨੇ, ਉਹਨੂੰ ਗੁਰੂ ਕੀ ਮੱਤ ਕਹਿੰਦੇ ਨੇ, ਉਹਨੂੰ ਰੱਬ ਜੀ ਕੀ ਮੱਤ ਕਹਿੰਦੇ ਨੇ। ਅੰਦਰ ਦੀ ਗੱਲ ਨੂੰ ਸੁਣਨਾ ਸ਼ੌ ਨਾਲ ਇਕਮਿਕਤਾ, ਅੰਦਰ ਦੀ ਗੱਲ ਸੁਣ ਕੇ ਵੈਸੇ ਵਾਲਾ ਜੀਵਨ ਬਣਾਉਣਾ ਸੁਹਾਗਨ। जाए पूछो सुहागनी, तुसी राव्या किन्नी गुणी, तुम्हारी वन्नस कैसे है। गुरु साहब उस वोकैबलरी नू यूज़ करके उस प्रौढ़ावाद नू वरत के कहते ने सहज संतोख शिंगारिया। ओदे वल्लों जवाब देंदे ने कि मैं सहज रखदी हाँ, सबर रखदी हाँ, संतोख रखदी हाँ। साडे घरां विच जिहड़ियां साडियां ਨੂੰਹਾਂ आंदियां ने, जिन्हों असी बहू कहते हैं, वो बच्चे नूं गुस्सा करती है, सहज सबर गुआच जाता है। वो पति के सामने भी बच्चे नूं गुस्सा करती है। जदों पति उन्होंने मना करता है वो मनती नहीं, फिर दादा दादी मना करते हैं, फिर वो दादा दादी तुम तो चुप रहो, तुम बीच में मत बोला करो, तुमने इसे बिगाड़ दिया है,
ਹੁਣ ਉਹ ਹੋਰ ਉੱਚਾ ਬੋਲਦੀ ਹੈ, ਫਿਰ ਉਹ ਕਮਰੇ 'ਚ ਲੈ ਜਾਂਦੀ ਹੈ ਬੱਚੇ ਨੂੰ, ਫਿਰ ਉਹ ਬੱਚੇ ਨੂੰ ਹੋਰ ਗੁੱਸਾ ਕਰਦੀ ਹੈ। ਐਸੇ ਬੱਚੇ ਮਾਂ ਪਿਓ ਦੇ ਨਾਲ ਸਾਰੇ ਟੱਬਰ ਤੋਂ ਟੁੱਟ ਜਾਂਦੇ ਨੇ, ਦੂਰ ਹੋ ਜਾਂਦੇ ਨੇ। ਕਾਰਨ ਕਿ ਸਾਡੀ ਘਰ ਦੀ ਜਿਹੜੀ ਉਸ ਵੇਲੇ ਉਹ ਬੱਚੇ ਦੀ ਮਾਂ ਬਣੀ ਹੋਈ ਹੈ, ਉਹਨੂੰ ਆਪਣਾ ਉੱਚੇ ਬੋਲਣ ਦਾ ਹੰਕਾਰ ਹੋ ਗਿਆ, ਸ਼ੌਪ੍ਰੀਤ ਦਾ ਸਹਿਜ ਨਹੀਂ ਰਿਹਾ, ਸਬਰ ਨਹੀਂ ਰਿਹਾ, ਨਮਰਤਾ ਨਹੀਂ ਰਹੀ, ਹਲੀਮੀ ਨਹੀਂ ਰਹੀ। ਆਪਣੀ ਪੜ੍ਹਾਈ ਦਾ, ਅਮੀਰੀ ਦਾ ਜੋ ਬੰਦਾ ਮਾਣ ਹੋ ਗਿਆ। ਕਹਿੰਦੇ ਨੇ ਸਹਿਜ ਸੰਤੋਖ ਸ਼ਿੰਗਾਰੀਆ। ਹੁਣ ਸਾਧ ਸੰਗਤ ਜੀ, ਜਿਹੜੇ ਘਰਾਂ ਵਿੱਚ 4 ਅਲਮਾਰੀਆਂ ਨੇ, ਤੁਸੀਂ ਜਾ ਕੇ ਦੇਖਣਾ 4 ਅਲਮਾਰੀਆਂ 'ਚੋਂ 3 ਅਲਮਾਰੀਆਂ 'ਚ ਉਹਦੇ ਸੂਟ ਹੁੰਦੇ ਨੇ, ਬਾਕੀ ਇੱਕ ਅਲਮਾਰੀ 'ਚ ਸਾਰੇ ਟੱਬਰ ਦੇ ਸੂਟ ਹੁੰਦੇ ਨੇ। ਉਹਦੇ 3 ਅਲਮਾਰੀਆਂ ਸੂਟ ਹੁੰਦੇ ਨੇ, ਲੇਕਿਨ ਉਹ ਸੂਟ ਇਸ ਤਰੀਕੇ ਨਾਲ ਹੁੰਦੇ ਨੇ ਕਿ ये मैं पिछले समागम में, प्रोग्राम में, पार्टी में पहन चुकी हूँ, ये तो पहनना ही नहीं है। संतोख कित्थे गया? ਔਰ ਜਿਹੜੀ ਮਾਂ ਇਸ ਤਰੀਕੇ ਦੀ ਖਰਚੀਲੀ ਹੋਏਗੀ, ਉਹ ਆਪਣੀ ਧੀ ਨੂੰ ਵੀ ਇਹੀ ਸਿਖਾਏਗੀ, ਪੁੱਤਰ ਨੂੰ ਇਹੀ ਸਿਖਾਏਗੇ। ਉਹ ਵੀ ਐਕਸਟਰਾਵੈਗੈਂਸੀ ਕਰਨਗੇ, ਉਹ ਵੀ ਫੈਸ਼ਨ ਪ੍ਰਸਤੀ 'ਚ ਪਹਿਨਗੇ, ਉਹ ਵੀ ਅਖਬਾਰਾਂ 'ਚ ਦੇਖਣਗੇ ਸੇਲ ਕਦੋਂ ਕਿੱਥੇ ਲੱਗੀ ਹੈ, ਲੋੜ ਨਹੀਂ ਹੈ ਤਾਂ ਵੀ ਸਸਤਾ ਦੇਖ ਕੇ ਉਹ ਲੈ ਕੇ ਆਏਂਗੇ। ਅਸੀਂ ਇਹ ਗੇਮ 'ਚ ਪਹਿਨਦੇ ਹਾਂ ਨਾ, ਸਹਿਜ ਦਾ ਸ਼ਿੰਗਾਰ ਨਹੀਂ ਕੀਤਾ, ਸੰਤੋਖ ਦਾ ਸ਼ਿੰਗਾਰ ਨਹੀਂ ਕੀਤਾ। ਸਹਿਜ ਸੰਤੋਖ ਸ਼ਿੰਗਾਰੀਆ। ਮਿੱਠਾ ਬੋਲਣਾ ਸਾਡੇ ਜੀਵਨ ਵਿੱਚ ਰਿਹਾ ਨਹੀਂ। ਸਬਰ ਵੀ ਗਿਆ, ਸੰਤੋਖ ਗਿਆ। ਮਿੱਠਾ ਬੋਲਣ ਜਦੋਂ ਨਾ ਰਵੇ ਨਾ, ਤਾਂ ਟੋਲਰੈਂਸ ਖਤਮ ਹੋ ਜਾਂਦੀ ਹੈ। ਸਾਨੂੰ ਇੱਕ ਦੂਜੇ ਦੀ ਗੱਲ ਸੁਣਨ ਤੋਂ ਬਰਦਾਸ਼ਤ ਨਹੀਂ ਹੁੰਦੀ। ਉਸ ਵੇਲੇ ਸਾਡੇ ਤੇ ਪਤਾ ਕੀ ਵਾਪਰਦੀ ਹੈ? ਪੰਜੇ ਠੱਗ, ਪੰਜੇ ਠੱਗ, ਪੰਜੇ ਠੱਗ, ਪੰਜੇ ਠੱਗ। राजमाल रूप जात जोबन, राजमाल रूप जात जोबन। पंजे ठग, पंजे ठग, पंजे ठग, पंजे ठग। एनी ठगी जग ठगया, एनी ठगी जग ठगया। किने न रखी लज, किने न रखी लज। इना ठगन ठग से, इना ठगन ठग से। जे गुर की पैरी पाए, जे गुर की पैरी पाए। नानक कर्मा बाहरे, नानक कर्मा होर केते मुठे जाए, होर केते मुठे जाए। पंजे ठग, पंजे ठग, पंजे ठग, पंजे ठग। फिर ठग सारे सानू लुटदे ने। राज ਉੱਚਾ ਬੋਲਣਾ, ਦੂਜਿਆਂ ਨੂੰ ਆਪਣੇ ਦਬਦਬੇ ਹੇਠਾਂ ਰੱਖਣਾ, ਡੋਮੀਨੇਸ਼ਨ। ਰਾਜ ਮਾਲ ਸਮਾਨ ਇਕੱਠੇ ਕਰਦੇ ਰਹਿਣਾ, ਸੰਤੋਖ ਤੋਂ ਆਊਟ ਹੋ ਗਏ। ਰਾਜ ਮਾਲ ਰੂਪ, ਆਪਣੇ ਬਾਹਰਲੇ ਰੂਪ ਦੇ ਚੱਕਰਾਂ ਵਿੱਚ ਪਏ ਰਹਿਣਾ। ਰਾਜ ਮਾਲ ਰੂਪ ਜ਼ਾਤ, ਆਪਣੀ ਜ਼ਾਤ, ਉੱਚੀ ਜ਼ਾਤ ਦਾ ਅਭਿਮਾਨ। ਜੋਬਨ ਕਿ ਮੈਂ ਸੱਚ ਸੁਣਨਾ ਹੀ ਨਹੀਂ, ਮੈਂ ਆਪਣਾ ਬਾਹਰਲਾ ਸ਼ਿੰਗਾਰ ਕਰਕੇ ਯੂਥ ਕਾਇਮ ਰੱਖਣਾ ਹੈ। ਜਿਨ੍ਹਾਂ ਨੂੰ ਆਪਣਾ ਯੂਥ ਬਚਾਉਣ ਦੀ ਆਦਤ ਪੈ ਜਾਂਦੀ ਹੈ, ਉਹ ਆਪਣੇ ਬੱਚੇ ਨੂੰ ਆਪਣਾ ਦੁੱਧ ਨਹੀਂ ਪਿਲਾਉਂਦੀਆਂ ਨੇ, ਮਾਵਾਂ ਹੋ ਕੇ ਵੀ, ਕਿਉਂਕਿ ਉਹਨਾਂ ਨੂੰ ਫਿਗਰ ਦਾ ਫਿਕਰ ਪੈ ਗਿਆ। ਇਹ ਸਭ ਕੁਛ ਸਾਡਾ ਸ਼ੌਪ੍ਰੀਤ ਤੋਂ ਟੁੱਟਣਾ, ਸ਼ੌਪ੍ਰੀਤ ਤੋਂ ਦੂਰ ਜਾਣਾ ਹੁੰਦਾ ਹੈ। ਫਰੀਦ ਜੀ ਕਹਿੰਦੇ ਨੇ, ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ। ਸੋ ਉਦਮ ਕਰਕੇ ਅਵਗੁਣ ਛੱਡਣੇ ਪ੍ਰੇਮ ਖੇਲਣ ਦਾ ਚਾਅ ਕਹਿਲਾਂਦਾ ਹੈ। ਅਤੇ ਜੇ ਅਸੀਂ ਅਵਗੁਣ ਨਹੀਂ ਛੱਡਦੇ ਹਾਂ
ਤਾਂ ਅਸੀਂ ਸੁਪਰਫਲੂਅਸ ਮੰਦੇ ਕਰਮਾਂ 'ਚ ਪਏ ਰਹਿੰਦੇ ਹਾਂ। ਉਹਨੂੰ ਫਰੀਦ ਜੀ ਕਹਿੰਦੇ ਨੇ, ਜਿੰਨੀ ਕਮੀ ਨਾਏ ਗੁਣ, ਜਿੰਨੀ ਕਮੀ ਨਾਏ ਗੁਣ, ਤੇ ਕਮੜੇ ਵਿਸਾਰ, ਤੇ मत शर्मिंदा थी वही, मत शर्मिंदा साईं दे दरबार, साईं दे दरबार, जिन्नी कमी नाय फरीदा, जिन्नी नाय गुण, ते कमड़े विसार, ते कमड़े विसार। सो अवगुणी सुपरफ्लूअस ਕਰਮਕਾਂਡ ਪਾਖੰਡ ਦੇ ਕੰਮ ਛੱਡ ਦੇ। ਜੇ ਛੱਡਦਾ ਹੈ ਤਾਂ ਸ਼ੌ ਨਾਲ ਪ੍ਰੀਤ ਵਧਣਾ ਹੈ, ਜੇ ਛੱਡਦਾ ਹੈ ਤਾਂ ਸਿਰ ਤਲੀ 'ਤੇ ਰੱਖਣਾ ਹੈ, ਵਰਨਾ ਤੂੰ ਆਪਣੇ ਜੋਬਨ, ਆਪਣੇ ਮਾਣ, ਆਪਣੇ ਹੰਕਾਰ ਨੂੰ ਮਿਸਯੂਜ਼ ਕਰ ਰਿਹਾ ਹੈ, ਤੂੰ ਇਸ ਨੂੰ ਕਾਬੂ ਕਰਨਾ ਹੈ। ਸੋ ਮੋਰਲ ਕੀ ਨਿਕਲਿਆ ਸਾਰਾ? ਜੋਬਨ ਦਾ ਹੰਕਾਰ ਤਾਂ ਲੋਕਾਂ ਚਾਰੀ 'ਚ ਪਵਾਂਗੇ, ਜੋਬਨ ਦਾ ਹੰਕਾਰ ਹੈ ਤੇ ਅਵਗੁਣ ਕਰਾਂਗੇ, ਜੋਬਨ ਦਾ ਹੰਕਾਰ ਹੈ ਤੇ ਸਾਡਾ ਸਮਾਜ ਭ੍ਰਿਸ਼ਟਾਚਾਰੀ ਬਣੇਗਾ, ਕਿਉਂਕਿ ਅਸੀਂ ਅਵਗੁਣਾਂ ਨੂੰ ਡੇ ਬਾਈ ਡੇ ਸੱਪਾਂ ਨੂੰ ਦੁੱਧ ਪਿਲਾਉਂਦੇ ਹਾਂ। ਸੋ ਦੈਨ ਵੀ ਸੇ ਝੂਠ, ਦਾਜ, ਸ਼ਰਾਬ, ਰੀਤ ਰਿਵਾਜ਼, ਇਹ ਤੇ ਕੀਤੇ ਬਿਨਾਂ ਦੁਨੀਆ 'ਚ ਰਹਿ ਹੀ ਨਹੀਂ ਸਕਦੇ ਨੇ ਜੀ। ਝੂਠ ਤੇ ਬੋਲਣਾ ਹੀ ਪੈਂਦਾ ਹੈ, ਸ਼ਰਾਬ ਤੇ ਵਰਤਾਨੀ ਪੈਂਦੀ ਹੈ, ਤੇ ਵਿਆਹ ਸ਼ਾਦੀ ਦੇ ਸੌ ਘਾਟ ਤਥਾ ਕਥਿਤ ਸਾਰੇ ਕਰਮਕਾਂਡ ਪਾਖੰਡ ਕਰਨੇ ਹੀ ਪੈਂਦੇ ਨੇ। ਇਸ ਕਰਕੇ ਅਸੀਂ ਕਰੀ ਜਾਂਦੇ ਹਾਂ, ਭਾਂਗੜੇ ਵੀ ਪਾਈ ਜਾਂਦੇ ਹਾਂ, ਡਾਂਸ ਵੀ ਕਰੀ ਜਾਂਦੇ ਹਾਂ, ਸ਼ਰਾਬਾਂ ਵੀ ਪੀ ਜਾਂਦੇ ਹਾਂ, ਸਾਡੇ ਕੱਪੜੇ ਵੀ ਕਿਤਨੇ ਸਾਰੇ ਅਸੀਂ ਅਸ਼ਲੀਲ ਪਾਈ ਜਾਂਦੇ ਹਾਂ, ਤੇ ਅਸੀਂ ਆਪਣਾ ਜੋ ਕਲਚਰ ਵਿਖਾ ਰਹੇ ਹਾਂ, ਅਸੀਂ ਕਹਿੰਦੇ ਹਾਂ ਸਮਾਜ ਅੰਦਰ ਰਹਿਣਾ ਤੇ ਕਰਨਾ ਤੇ ਪੈਂਦਾ ਹੀ ਹੈ ਨਾ, ਕਰਨਾ ਤੇ ਪੈਂਦਾ ਹੀ ਹੈ ਕਹਿ ਕੇ ਦੁਨੀਆ ਭਰ ਦੇ ਸਾਰੇ ਕਰਮਕਾਂਡ, ਸਾਰੇ ਸ਼ੋਅ ਆਫ, ਸਾਰੇ ਦਿਖਾਵੇ ਉੱਤੇ ਲੱਖਾਂ ਕਰੋੜਾਂ ਰੁਪਏ ਖਰਚੀ ਜਾ ਰਹੇ ਹਾਂ, ਪਰ ਪ੍ਰਚਾਰ ਕਰਨ ਵਾਸਤੇ, ਸੱਚ ਦੇ ਪ੍ਰਚਾਰ ਵਾਸਤੇ ਅਸੀਂ ਧੇਲਾ ਖਰਚਣ ਨੂੰ ਤਿਆਰ ਨਹੀਂ ਹਾਂ। ਅਸੀਂ ਕਿਉਂਕਿ ਸੰਤੋਖੀ ਨਹੀਂ ਰਹੇ, ਸਾਨੂੰ ਵਿਵੇਕ ਬੁੱਧੀ ਨਹੀਂ ਰਹੀ, ਸਾਨੂੰ ਪੈਸੇ ਕਮਾਣੇ ਆ ਗਏ ਪਰ ਖਰਚਣੇ ਨਾ ਆਏ। ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀਏ ਅਕਲੀ ਕੀਚੇ ਦਾਨ। ਸੋ ਅਸੀਂ ਡਿਸਾਈਡ ਕਰਨਾ ਮੈਂ ਕਿੰਝ ਜੀਣਾ ਹੈ। ਮੈਂ ਵਰਚੂਜ਼ ਵਾਲੇ ਸੰਤ ਸੰਗ ਨਾਲ ਜੀਣਾ ਹੈ ਜਾਂ ਮੈਂ ਮਨ ਦੇ ਹੰਕਾਰ ਵਾਲੇ ਸਾਕਤ ਸੰਗ ਨਾਲ ਜੀਣਾ ਹੈ। ਜੀਵਨ ਤੇ ਬੀਤ ਹੀ ਜਾਣਾ ਹੈ। ਤੂੰ ਫਰੀਦ ਜੀ ਦੀ ਗੱਲ ਨੂੰ ਇਹ ਮੇਰੇ ਮਨ ਸਮਝ ਸਾਨੂੰ ਅੱਜ ਦੇ ਇਸ ਸ਼ਲੋਕ ਵਿੱਚ ਸਮਝਾਇਆ ਹੈ। ਜੋਬਨ ਜਾਂਦੇ ਨਾ ਡਰਾਂ, ਜੋਬਨ ਜਾਂਦੇ ਨਾ ਡਰਾਂ, ਜੇ ਸ਼ਹ ਪ੍ਰੀਤ ਨ ਜਾਏ, ਜੇ ਸ਼ਹ ਪ੍ਰੀਤ ਨ ਜਾਏ, ਜੋਬਨ ਜਾਂਦੇ ਨਾ ਡਰਾਂ, ਜੋਬਨ ਨਾ ਫਰੀਦਾ ਕੀਤੀ ਜੋਬਨ ਪ੍ਰੀਤ ਬਿਨ, ਕੀਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ, ਸੁੱਕ ਗਏ ਕੁਮਲਾਏ,
जांदे ना डरां, जे शह प्रीत न जाए, जे शह प्रीत न जाए, जो बन जांदे ना डरां, जो बन ना, जो बन जांदे, जो बन जांदे, जो बन जांदे ना डरां।